ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਫ਼ਤੇ ਦਾ ਅਭਿਆਸ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਪਹਿਲਾਂ ਇਸ ਦੇ ਅਰਥ ਵੀ ਵਾਹਿਗੁਰੂ ਜੀ ਦਾ ਰਚਿਆ ਹੋਇਆ ਇਹ ਜਗਤ ਸੱਚਾ ਹੈ, ਉਸ ਦਾ ਰਚਿਆ ਹੋਇਆ ਜਿਹੜਾ ਕਿ ਉਸ ਨੇ ਬਣਾਇਆ ਹੈ। ਜਿਹੜਾ ਮੈਂ ਸਮਝੀ ਬੈਠਾ ਉਹ ਨਹੀਂ, ਜਿਹੜਾ ਵਾਹਿਗੁਰੂ ਜੀ ਨੇ ਰਚਿਆ ਹੈ ਉਹ ਸੱਚਾ ਹੈ ਅਤੇ ਉਸ ਵਿੱਚ ਉਸ ਦਾ ਆਪਣਾ ਹੀ ਵਾਸ ਹੈ। ਉਸ ਦੀ ਇਹ ਨਿੱਕੀ ਜਿਹੀ ਬਣਾਈ ਹੋਈ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਅਤੇ ਇਸ ਲਈ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਦੇਖਣ ਲਈ, ਮਹਿਸੂਸ ਕਰਨ ਲਈ ਉਸ ਵਰਗਾ ਉਸ ਦੇ ਹੁਕਮ 'ਤੇ ਹੀ ਚੱਲਣਾ ਪਵੇਗਾ। ਅਤੇ ਫਿਰ ਅੱਗੇ ਲੱਗਿਆ ਵੀ ਜੇ ਮਹਾਰਾਜ ਜੀ ਤੋਂ ਪੁੱਛਿਆ ਕਿ ਮਹਾਰਾਜ ਜੀ ਹੋਰ ਦੱਸੋ, ਕਹਿ ਰਹੇ ਨੇ ਇਹੋ ਜਗ, ਕਹਿੰਦੇ ਧਿਆਨ ਨਾਲ ਜੇ ਦੇਖੇ ਤਾਂ ਇਹੋ ਹਾਹੇ ਨੂੰ ਵੀ ਔਂਕੜ ਲਾਇਆ, ਅੱਗੇ ਗੱਗੇ ਨੂੰ ਵੀ ਜੱਗ ਦੇ ਵਿੱਚ ਔਂਕੜ ਲਾਇਆ। ਕਹਿ ਰਹੇ ਨੇ ਇਹੋ ਜਗ। ਇੱਦਾਂ ਪ੍ਰਤੀਤ ਹੋਇਆ ਕਿ ਜਿਵੇਂ ਮਹਾਰਾਜ ਜੀ ਸਮਝਾ ਰਹੇ ਨੇ ਕਿ ਪ੍ਰਾਣੀ ਇਹ ਤੈਨੂੰ ਤੇਰੇ ਮਨ ਨੂੰ, ਤੇਰੇ ਸਰੀਰ ਨੂੰ, ਜਿਵੇਂ ਕਿ ਮਹਾਰਾਜ ਜੀ ਕਹਿ ਰਹੇ ਹੋਣ ਵੀ ਵਾਹਿਗੁਰੂ ਜੀ ਨੇ ਸਰੀਰ ਬਣਾਇਆ, ਉਸ ਨੂੰ ਕਿਹਾ ਇਹੋ ਜਗ। ਫਿਰ ਕਿਹਾ ਸੱਚੇ ਕੀ ਹੈ ਕੋਠੜੀ, ਵੀ ਤੇਰਾ ਇਹ ਸਰੀਰ ਆ ਇਹ ਉਸ ਵਾਹਿਗੁਰੂ ਦਾ ਹੈ, ਇਹ ਤੇਰਾ ਨਹੀਂ ਹੈਗਾ। ਕਿਉਂਕਿ ਇਹੋ ਨੂੰ ਵੀ ਔਂਕੜ, ਜੱਗ ਨੂੰ ਵੀ ਔਂਕੜ ਹੈ ਅਤੇ ਇਹ ਇੱਕ ਦਾ ਵਾਚਕ ਲੈ ਕੇ ਇੱਕੋ ਹੀ ਹੈ। ਇਹ ਫਿਰ ਕਹਿ ਰਹੇ ਨੇ ਸੱਚਾ ਤਾਂ ਇੱਕੋ ਪਰਮਾਤਮਾ ਹੀ ਆ, ਹੋਰ ਕੋਈ ਵੀ ਸੱਚਾ ਨਹੀਂ ਹੈਗਾ। ਜੇ ਮੈਂ ਇਸ ਨੂੰ ਮੰਨੀ ਬੈਠਾ ਤੇਰਾ ਸਰੀਰ ਹੈ, ਮੰਨੀ ਬੈਠਾ ਇਹ ਨਹੀਂ ਹੈਗਾ, ਇਹ ਵਾਹਿਗੁਰੂ ਜੀ ਦੀ ਨਿੱਕੀ ਜਿਹੀ ਕੋਠੜੀ ਹੈ ਅਤੇ ਜਿਸ ਵਿੱਚ ਵਾਸ ਵੀ ਆਪਣੇ ਪ੍ਰਭੂ ਜੀ ਆਪ ਹੀ ਕਰ ਰਹੇ ਨੇ। ਫਿਰ ਲੱਗਿਆ ਮਹਾਰਾਜ ਜੀ ਫਿਰ ਤੁਸੀਂ ਕਹਿ ਰਹੇ ਹੋ ਇਹ ਤਾਂ ਸੱਚਾ ਹੈ, ਫਿਰ ਜੇ ਇਹੋ ਜਗ ਇਹ ਮੇਰੇ ਮਨ ਨੂੰ ਕਹਿ ਰਹੇ ਹੋ ਪਰ ਦਿਖਦਾ ਨਹੀਂ ਹੈਗਾ। ਦਿਖਦਾ ਕਿਉਂ ਨਹੀਂ ਹੈਗਾ? ਕਿਉਂਕਿ ਗੁਰੂ ਪਿਤਾ ਕਹਿ ਰਹੇ ਨੇ ਤੂੰ ਇਹਨੂੰ ਆਪਣਾ ਮੰਨੀ ਬੈਠਾ, ਇਸ ਕਰਕੇ ਇਹ ਤੈਨੂੰ ਨਹੀਂ ਪ੍ਰਤੀਤ ਹੋ ਰਿਹਾ ਹੈਗਾ। ਕਿਉਂਕਿ ਤੂੰ ਇਸ ਵਿੱਚ ਬਹੁਤ ਝੂਠ, ਬਹੁਤ ਮੈਲ, ਸਿਰਫ ਇਸ ਜਨ ਪਤਾ ਨਹੀਂ ਕਦੋਂ ਦੀ ਜਨਮਾਂ ਦੀ ਮੈਲ ਇਹਦੇ 'ਤੇ ਲੱਗੀ ਹੋਈ ਹੈ। ਤੈਨੂੰ ਮਾਇਆ ਵਧੀਆ ਲੱਗਦੀ ਆ, ਹੋਰ ਸਾਰਾ ਕੁਛ ਤੈਨੂੰ ਬਹੁਤ ਵਧੀਆ ਲੱਗਦਾ, ਇਸ ਕਰਕੇ ਤੈਨੂੰ ਉਹ ਪ੍ਰਤੀਤ ਨਹੀਂ ਹੁੰਦਾ ਹੈਗਾ। ਪਰ ਕਦੇ ਕਦੇ ਇੱਦਾਂ ਹੁੰਦਾ ਜਦੋਂ ਕਿ ਆਪਾਂ ਸਾਧ ਸੰਗਤ ਵਿੱਚ ਬੈਠ ਜਾਂਦੇ ਹਾਂ ਜਾਂ ਪਿਆਰੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਬੈਠ ਜਾਂਦੇ ਹਾਂ, ਉਦੋਂ ਮਨ ਬਾਹਲਾ ਹੀ ਹਲੂਰਿਆ ਜਾਂਦਾ, ਬਹੁਤ ਸੋਹਣਾ ਲੱਗਦਾ, ਬਹੁਤ ਵਧੀਆ ਲੱਗਦਾ। ਫਿਰ ਲੱਗਦਾ ਵੀ ਉਹ ਕਿਉਂਕਿ ਉਹ ਸੱਚੀ ਸੰਗਤ ਆ, ਉਹ ਸੱਚ ਕੋਲ ਬੈਠੇ ਹੁੰਦੇ ਆ। ਕਿਉਂਕਿ ਸੰਗਤ ਸਾਰੀ ਸੱਚੀ, ਗੁਰਮੁਖ ਪਿਆਰੇ ਜਿਨ੍ਹਾਂ ਨੇ ਪਰਮਾਤਮਾ ਦੇ ਰਸਤੇ ਚੱਲ ਰਹੇ ਨੇ, ਉਸ ਨੂੰ ਪਾ ਲਿਆ, ਉਹਨਾਂ ਕੋਲ ਬਹਿ ਕੇ ਇੰਨਾ ਸੱਚਾ ਲੱਗਦਾ ਕਿਉਂਕਿ ਉਹ ਉਸ ਵਕਤ ਆਪਾਂ ਸੱਚ ਦੇ ਬਹੁਤ ਨੇੜੇ ਬੈਠੇ ਹੁੰਦੇ ਹਾਂ। ਇਸ ਕਰਕੇ ਮਨ ਨੂੰ ਬਾਹਲਾ ਹੀ ਚੰਗਾ ਜਿਹਾ ਲੱਗਦਾ ਵੀ ਹਾਂ ਵੀ ਬਹੁਤ ਕੁਛ, ਸਾਰਾ ਕੁਛ ਬਹੁਤ ਵਧੀਆ। ਅਤੇ ਫਿਰ ਆਪਾਂ ਵਾਪਸ ਆ ਜਾਂਦੇ ਹਾਂ ਘਰ ਨੂੰ। ਫਿਰ ਇਹੀ ਸਾਰੀ ਆਪਾਂ ਝੂਠੀ ਦੁਨੀਆ ਵਿੱਚ ਫਿਰ ਰੁਲ ਜਾਂਦੇ ਹਾਂ। ਫਿਰ ਨਹੀਂ ਪਰਮਾਤਮਾ ਜੀ ਦਾ ਵਾਸਾ, ਫਿਰ ਉਹ ਮਹਿਸੂਸ ਨਹੀਂ ਹੁੰਦਾ ਹੈਗਾ। ਮਹਾਰਾਜ ਜੀ ਕਹਿੰਦੇ ਸਾਰਾ ਕੁਛ ਸੱਚਾ। ਸੁਣਦੇ ਨੂੰ ਬਹੁਤ ਟਾਈਮ ਹੋ ਗਿਆ, ਪਰ ਕਦੇ ਮਨ ਵਿੱਚ ਇਹ ਇੱਦਾਂ ਡੂੰਘੀ ਜਿਹੀ ਸੱਟ ਜਿਹੀ ਨਹੀਂ ਵੱਜਦੀ ਹੈਗੀ। ਪਰ ਹੁਣ ਜਦੋਂ ਆ ਅਭਿਆਸ ਕਰਦੇ ਹੋਏ, ਦੁਬਾਰੇ ਉਹਨੂੰ ਗਾਉਂਦੇ ਹੋਏ, ਫਿਰ ਹੁਣ ਮਹਿਸੂਸ ਜਿਹਾ ਹੋਇਆ ਵੀ ਹਾਂ ਸੱਚੀ ਮੁੱਚੀ ਹੀ ਸਾਰਾ ਕੁਛ ਸੱਚ ਹੈ। ਫਿਰ ਕਿਉਂ ਇਹ ਕਿਸੇ ਨੂੰ ਤਕਲੀਫ ਦਿੰਦਾ, ਕਿਉਂ ਕਿਸੇ ਨੂੰ ਮਾੜਾ ਕਿਹਾ ਜਾਂਦਾ, ਕਿਉਂ ਇੱਦਾਂ ਇਹ ਮਨ ਕਰਦਾ ਜਦੋਂ ਸਾਰਾ ਕੁਛ ਹੀ ਸੱਚ ਹੈ। ਮਾਲਕ ਜੀ ਤੁਸੀਂ ਸਭਨਾਂ ਵਿੱਚ ਹੀ ਵਾਸਾ ਕਰ ਰਹੇ ਹੋ, ਫਿਰ ਮੈਂ ਕਿਸੇ ਨੂੰ ਕਿਵੇਂ ਉੱਚੀ ਆਵਾਜ਼ ਵਿੱਚ ਵੀ ਕਿਵੇਂ ਬੋਲ ਸਕਦਾ ਵਾਹਿਗੁਰੂ ਜੀ। ਤਾਂਹੀਓ ਜਿਵੇਂ ਖਾਲਸਾ ਜੀ ਵੀ ਕਥਾ ਵਿੱਚ ਕਹਿੰਦੇ ਨੇ ਤੁਸੀਂ ਸੇਵਾ ਕਰਨ ਲਈ ਆਏ ਹੋ, ਕਿਉਂਕਿ ਸੱਚੇ ਦੀ ਸਿਰਫ ਸੇਵਾ ਹੀ ਕੀਤੀ ਜਾ ਸਕਦੀ ਹੈ, ਉਸ ਨੂੰ ਪ੍ਰੇਮ ਹੀ ਕੀਤਾ ਜਾ ਸਕਦਾ, ਬਸ ਉਸ ਤੋਂ ਆਪਣਾ ਆਪ ਭੇਟ ਹੀ ਕੀਤਾ ਜਾ ਸਕਦਾ। ਫਿਰ ਤਾਂ ਬਸ ਉਹ ਸੱਚਾ ਇੱਕ ਉਹੀ ਸੱਚਾ ਹੈ, ਉਹੀ ਸਦੀਵੀ ਹੈ, ਬਸ ਉਹੀ ਸਥਿਰ ਰਹਿਣ ਵਾਲਾ ਉਹ ਪਰਮਾਤਮਾ ਜੀ ਹੀ ਹਨ। ਅਤੇ ਇਹ ਤੈਨੂੰ ਉਦੋਂ ਹੀ ਮਹਿਸੂਸ ਹੋਵੇਗਾ ਜਦੋਂ ਕਿ
ਸੱਚੇ ਕਾ ਵਿੱਚ ਵਾਸ, ਸੱਸੇ ਨੂੰ ਵੀ ਔਂਕੜ ਹੈ ਅੱਗੇ। ਜਦੋਂ ਸਿਰਫ ਤੇ ਸਿਰਫ ਪਰਮਾਤਮਾ ਹੀ ਅੰਦਰ ਰਹੇਗਾ, ਹੋਰ ਕੋਈ ਵੀ ਚੀਜ਼ ਤੈਨੂੰ ਹੋਰ ਨਹੀਂ ਮਨ ਨੂੰ ਭਾਵੇਗੀ। ਸਿਰਫ ਹਰ ਚੀਜ਼ ਪਿਆਰੀ ਲੱਗੇਗੀ, ਪਰ ਉਸ ਦੇ ਵਿੱਚ ਉਹ ਵਾਹਿਗੁਰੂ, ਉਹ ਪਰਮਾਤਮਾ ਦਾ ਵਾਸਾ ਦੇਖ ਕੇ ਹੀ ਤੈਨੂੰ ਉਹ ਪਿਆਰੀ ਲੱਗੇਗੀ, ਨਾ ਕਿ ਹੋਰ ਕੋਈ ਚੀਜ਼ ਮੋਏਗੀ ਨਹੀਂ। ਸਿਰਫ ਉਹ ਹਰ ਚੀਜ਼ ਵਿੱਚ ਹੀ ਪਰਮਾਤਮਾ ਦਿਖੇਗਾ। ਫਿਰ ਲੱਗੇਗਾ ਵੀ ਹਾਂਜੀ ਇਹੋ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹ ਮਹਿਸੂਸ ਵੀ ਹੋਵੇਗਾ। ਅੱਗੇ ਗੁਰੂ ਪਿਤਾ ਕਹਿ ਰਹੇ ਨੇ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇਸ ਦਾ ਅਰਥ ਵੀ ਵਾਹਿਗੁਰੂ ਜੀ ਨੇ ਕਈਆਂ ਨੂੰ ਹੁਕਮ ਵਿੱਚ ਹੀ ਆਪਣੇ ਆਪ ਵਿੱਚ ਅਭੇਦ ਕਰ ਲਿਆ ਅਤੇ ਕਈਆਂ ਨੂੰ ਹੁਕਮ ਵਿੱਚ ਹੀ ਨਾਸ ਕਰ ਦਿੱਤਾ। ਫਿਰ ਇਸ ਦਾ ਇੱਕ ਹੋਰ ਅਰਥ ਵੀ, ਜਿਹੜੇ ਤੇਰੇ ਹੁਕਮ 'ਤੇ ਚੱਲਦੇ ਨੇ ਉਹ ਤੇਰੇ ਵਿੱਚ ਅਭੇਦ ਹੋ ਜਾਂਦੇ ਨੇ, ਅਤੇ ਜਿਹੜੇ ਕਿ ਤੇਰੇ ਹੁਕਮ 'ਤੇ ਨਹੀਂ ਚੱਲਦੇ ਉਹਨਾਂ ਦਾ ਮਾਇਆ, ਉਹਨਾਂ ਦਾ ਮਤਲਬ ਕਿ ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ। ਫਿਰ ਗੁਰੂ ਪਿਤਾ ਦੇਖਿਆ ਵੀ ਹੁਕਮ ਗੁਰੂ ਮਹਾਰਾਜ ਜੀ ਆਪ ਜੀ ਦਾ ਹੁਕਮ ਕਿਹੜਾ। ਫਿਰ ਲੱਗਿਆ ਵੀ ਹੁਕਮ 'ਤੇ ਹੀ ਸਾਰੇ ਜਿੰਨੀ ਕੁ ਪਤਾ ਚੱਲੇ ਗੁਰੂ ਪਿਤਾ ਦੀ ਗੁਰਬਾਣੀ 'ਚੋਂ ਸ਼ਬਦ ਲਿਖੇ, ਜਿਵੇਂ ਮਹਾਰਾਜ ਜੀ ਕਹਿੰਦੇ ਨੇ, ਜਿਨ ਕੀਤੇ ਸੋਈ ਬਿਧ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਇੱਥੇ ਵੀ ਆਪ ਕਰੇ ਤਾਂ ਹੁਕਮ ਪਛਾਣੈ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰ। ਲੱਗਦਾ ਵੀ ਮਹਾਰਾਜ ਜੀ ਕਹਿੰਦੇ ਜਿਵੇਂ ਉਸ ਦਾ ਹੁਕਮ ਆ, ਜੇ ਗੁਰੂ ਪਿਤਾ ਤੁਸੀਂ ਆਪ ਕਿਰਪਾ ਕਰੋਗੇ, ਆਪ ਨਦਰ ਕਰੋਗੇ, ਤਾਂ ਹੀ ਆਪ ਜੀ ਦਾ ਹੁਕਮ ਪਛਾਣ ਸਕਾਂਗੇ। ਬਸ ਸਭ ਕੁਝ ਹੀ ਆਪ ਜੀ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਇੰਨੀ ਕੁ ਮੱਤ ਤਾਂ ਹੈ ਨਹੀਂ ਗੁਰੂ ਪਿਤਾ ਵੀ ਤੇਰਾ ਹੁਕਮ ਕਿਵੇਂ ਸਮਝ ਸਕੀਏ। ਜੇ ਤੁਸੀਂ ਆਪ ਜੀ ਆਪ ਆਪਣੀ ਕਿਰਪਾ, ਆਪ ਆਪਣੀ ਨਦਰ ਕਰਦੇ ਹੋ, ਫਿਰ ਹੀ ਆਪ ਜੀ ਦਾ ਹੁਕਮ ਸਮਝਿਆ ਜਾ ਸਕਦਾ ਹੈ। ਫਿਰ ਅੱਗੇ ਆਨੰਦ ਸਾਹਿਬ ਵਿੱਚ ਵੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਇਆ। ਸੱਚੇ ਪਾਤਸ਼ਾਹ ਜੀ ਕਿ ਇੱਦਾਂ ਕਰਕੇ ਵੀ ਆਪ ਜੀ ਦਾ ਹੁਕਮ ਆਪ ਜੀ ਹੀ ਮਨਵਾ ਲਵੋ। ਕਿਵੇਂ? ਜੇ ਤੁਸੀਂ ਆਪਣਾ ਸਾਰਾ ਤਨ ਮਨ ਧਨ ਸਾਰਾ ਕੁਛ ਗੁਰੂ ਜੀ ਨੂੰ ਸੌਂਪਤਾ, ਫਿਰ ਹੁਕਮ ਮੰਨਿਆ। ਅੱਗੇ ਭਾਈ ਗੁਰਦਾਸ ਜੀਆਂ ਵਾਰਾਂ ਵਿੱਚੋਂ ਵੀ ਦੁੱਖ ਸ਼ਬਦ ਮਿਲੇ, ਜਿਵੇਂ ਕਹਿੰਦੇ ਨੇ, ਮੰਨੈ ਸਤਿਗੁਰ ਹੁਕਮ ਮਨਾਇਆ। ਕਹਿੰਦੇ ਨੇ ਫਿਰ ਮਹਾਰਾਜ ਜੀ ਆਪ ਜੀ ਦਾ ਹੁਕਮ ਕਿਵੇਂ ਮੰਨ ਸਕਦੇ ਹਾਂ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਸਾਧ ਸੰਗਤ ਮਿਲ ਹੁਕਮ ਕਮਾਵੇ। ਵੀ ਤੂੰ ਸਾਧ ਸੰਗਤ ਵਿੱਚ ਮਿਲ ਕੇ ਸਾਰਿਆਂ ਨਾਲ, ਫਿਰ ਉਹਨਾਂ ਵਿੱਚ ਬਹਿ ਕੇ ਤੂੰ ਹੁਕਮ ਕਮਾ ਸਕਦਾ। ਵਿੱਚ ਲੱਗਿਆ ਵੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ। ਵਾਹਿਗੁਰੂ ਜੀ ਫਿਰ ਲੱਗਿਆ ਗੁਰੂ ਪਿਤਾ ਆਪ ਜੀ ਕਿਤੇ ਇੱਕ ਸ਼ਬਦ ਵਿੱਚ ਕਿਤੇ ਕਿਹਾ ਹੋਵੇ ਵੀ ਆਪ ਜੀ ਦਾ ਹੁਕਮ ਕੀ ਆ, ਇੱਕ ਸ਼ਬਦ ਵਿੱਚ ਕਿਤੇ ਸੀਗਾ। ਅਤੇ ਫਿਰ ਥੋੜ੍ਹਾ ਜਿਹਾ ਖੋਜ ਕਰਕੇ ਫਿਰ ਇੱਥੋਂ ਪਤਾ ਲੱਗਿਆ ਗੁਰੂ ਪਿਤਾ ਕਹਿੰਦੇ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਵਾਹਿਗੁਰੂ ਜੀ ਆਪ ਹੀ ਬਸ ਬਖਸ਼ ਲਵੋ। ਤੁਸੀਂ ਬੇਅੰਤ ਹੋ, ਆਪਣਾ ਪ੍ਰੇਮ ਬਖਸ਼ ਲਵੋ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਹਰ ਰੋਜ਼ ਪੜ੍ਹਦੇ ਹਾਂ, ਪੂਰੀ ਹੁਕਮ 'ਤੇ ਮਹਾਰਾਜ ਜੀ ਨੇ ਪੂਰੀ ਇੱਕ ਪੌੜੀ ਰਚੀ ਹੋਈ ਆ। ਉਹਦੇ ਵਿੱਚ ਐਂਡ ਵਿੱਚ ਕਿਹਾ ਵੀ ਹੁਕਮ ਨਾ ਕਹਿਆ ਜਾਏ। ਉਹਦਾ ਹੁਕਮ ਕਿਹਾ ਹੀ ਨਹੀਂ ਜਾ ਸਕਦਾ ਹੈਗਾ, ਕਿਸੇ ਵੀ ਤਰ੍ਹਾਂ ਆਪਾਂ ਕਹਿ ਹੀ ਨਹੀਂ ਸਕਦੇ। ਅੱਗੇ ਕਹਿ ਰਹੇ ਨੇ, ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਗੁਰੂ ਪਿਤਾ ਕਈਆਂ ਨੂੰ ਉਸਨੇ ਆਪਣੇ ਭਾਣੇ 'ਚ ਹੀ ਆਪਣੀ ਰਜਾ ਅਨੁਸਾਰ ਮਾਇਆ ਦੇ ਮੋਹ 'ਚੋਂ ਕੱਢ ਲੈਂਦਾ ਹੈ, ਅਤੇ ਕਈਆਂ ਨੂੰ ਮਾਇਆ ਵਿੱਚ ਹੀ ਫਸਾਈ ਰੱਖਦਾ ਹੈ। ਗੁਰੂ ਪਿਤਾ ਕਹਿੰਦੇ ਜਿਹੜੇ ਕਿ ਫਿਰ ਲੱਗਿਆ ਵੀ ਕਿਹਨਾਂ ਨੂੰ, ਜਿਹੜੇ ਕਿ ਉਹਦੇ ਭਾਣੇ ਵਿੱਚ ਰਹਿੰਦੇ ਹਨ ਉਹ ਮਾਇਆ 'ਚੋਂ ਨਿਕਲ ਜਾਂਦੇ ਹਨ, ਅਤੇ ਜਿਹੜੇ ਉਹਦੇ ਭਾਣੇ ਤੋਂ ਬਾਹਰ ਚੱਲਦੇ ਹਨ ਉਹ ਮਾਇਆ ਵਿੱਚ ਫਸੇ ਰਹਿੰਦੇ ਹਨ। ਫਿਰ ਲੱਗਿਆ ਗੁਰੂ ਪਿਤਾ ਜੀ ਉਹ ਕਿਹੜੇ ਹਨ ਜਿਨ੍ਹਾਂ ਨੂੰ ਤੁਸੀਂ ਕੱਢ ਲੈਂਦੇ ਹੋ, ਜਿਨ੍ਹਾਂ ਨੂੰ ਮਾਇਆ ਵਿੱਚ ਫਸਾਈ ਰੱਖਦੇ ਹੋ।
ਇੱਦਾਂ ਲੱਗਿਆ ਵੀ ਗੁਰੂ ਪਿਤਾ ਵੀ ਆਪ ਜੀ ਤਾਂ ਜਿਵੇਂ ਅੱਗੇ ਆਪ ਜੀ ਨੇ ਕਿਹਾ ਹੋਇਆ ਪਿੱਛੇ ਜਿਹੜੀ ਪੌੜੀ ਸੀਗੀ ਵੱਡੀ ਵਡਿਆਈ ਵਾਲੀ, ਉਸ ਵਿੱਚ ਕਿਹਾ ਸੀਗਾ ਵੱਡੀ ਵਡਿਆਈ ਜਾਂ ਸੱਚ ਨਿਆਓ, ਤੁਸੀਂ ਤਾਂ ਪੂਰੇ ਸੱਚੇ ਨਿਆਂਕਾਰ ਹੋ। ਵੀ ਇਹਦੇ ਵਿੱਚ ਕੁਛ ਹੈਗਾ, ਵੀ ਹੈਗਾ ਸਾਰਾ ਕੁਛ ਆਪ ਜੀ ਦੇ ਭਾਣੇ ਵਿੱਚ ਆ, ਪਰ ਉਹ ਕਿਵੇਂ ਆ, ਕਿਵੇਂ ਤੁਸੀਂ ਇੱਕਨਾਂ ਨੂੰ ਕੱਢ ਰਹੇ ਹੋ ਅਤੇ ਇੱਕਨਾਂ ਨੂੰ ਮਾਇਆ ਵਿੱਚ ਉਹਨਾਂ ਦਾ ਨਿਵਾਸ ਹੈ, ਉਹ ਕਿਵੇਂ ਹੈ, ਕਿਉਂਕਿ ਤੁਸੀਂ ਨਿਆਂਕਾਰ ਹੋ, ਉਹ ਪੂਰੇ ਨਿਆਂ ਦੇ ਨਾਲ ਹੀ ਹੋਏਗਾ, ਪਰ ਕਿਵੇਂ ਆ ਉਹ ਗੁਰੂ ਪਿਤਾ ਜੀ, ਉਹ ਵੀ ਸਮਝਾਵੋ। ਫਿਰ ਇੱਕ ਜਿਵੇਂ ਗੁਰੂ ਪਿਤਾ 'ਚ ਇੱਕ ਹੋਰ ਸ਼ਬਦ ਵੀ ਆਉਂਦਾ ਵੀ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਜਿਵੇਂ ਗੁਰੂ ਪਿਤਾ ਜੀ ਕਹਿੰਦੇ ਨੇ ਵੀ ਤੈਨੂੰ ਸਿਰਫ ਤੈਨੂੰ ਹੀ ਸੋਝੀ, ਤੈਨੂੰ ਹੀ ਦਿਮਾਗ ਦਿੱਤਾ, ਤੈਨੂੰ ਅਕਲ ਦਿੱਤੀ ਆ, ਪੂਰੀ 84 ਲੱਖ ਜੂਨ ਵਿੱਚੋਂ ਸਿਰਫ ਇੱਕ ਤੂੰ ਹੀ ਆ ਮਨੁੱਖ ਜਿਹਨੂੰ ਕਿ ਅਕਲ ਦਿੱਤੀ ਹੋਈ ਆ। ਤੈਨੂੰ ਗੁਰੂ ਪਿਤਾ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕੋਲ ਨੇ, 1430 ਅੰਗ ਵਿੱਚ ਉਹਨਾਂ ਨੇ ਪੂਰੇ ਬਹੁਤ ਹੀ ਡਿਫਰੈਂਟ ਤਰੀਕਿਆਂ ਨਾਲ ਵੀ ਕਿਤੇ ਨਾ ਕਿਤੇ ਇਹਦੇ ਦਿਮਾਗ ਵਿੱਚ ਇਹ ਗੱਲ ਪੈ ਜਾਵੇ, ਪੂਰੇ ਐਨ ਉਹਦੇ ਨਾਲ ਸਮਝਾਉਂਦੇ ਨੇ ਸਾਰਿਆਂ ਨੂੰ ਡਿਫਰੈਂਟ ਤਰੀਕੇ ਨਾਲ। ਫਿਰ ਲੱਗਿਆ ਵੀ ਜੇ ਇਹ ਤੋਂ ਸਮਝ ਐਂ ਲੱਗਦਾ ਵੀ ਗੁਰੂ ਪਿਤਾ ਜਿਹੜੇ ਤੈਨੂੰ ਧਿਆਉਣਗੇ ਉਹ ਤੇਰੇ ਤੱਕ ਪਹੁੰਚ ਸਕਦੇ ਆ, ਵੀ ਜਿਹੜੇ ਕਿ ਮਿਹਨਤ ਕਰਨਗੇ। ਮਹਾਰਾਜ ਜੀ ਨੇ ਰਸਤਾ ਦਿਖਾਤਾ, ਪਰ ਮਿਹਨਤ ਕਰੋਗੇ, ਫਿਰ ਤੁਸੀਂ ਮਿਹਨਤ ਕਰੋਗੇ, ਫਿਰ ਉਹ ਭਾਣੇ ਵਿੱਚ ਉਹਨਾਂ ਨੂੰ ਕੱਢ ਲਵੇਗਾ। ਭਾਣੇ ਵਿੱਚ ਗੁਰੂ ਪਿਤਾ ਤੁਸੀਂ ਫਿਰ ਭਾਣੇ ਵਿੱਚ ਕਹਿ ਰਹੇ ਹੋ ਵੀ ਮਿਹਨਤ ਕਰੋਗੇ, ਉਹ ਇੱਦਾਂ ਕਹਿ ਰਹੇ ਨੇ ਵੀ ਕਿਤੇ ਤੂੰ ਮਿਹਨਤ ਕਰਦਾ ਇਹ ਨਾ ਸਮਝ ਲਵੀ ਵੀ ਤੂੰ ਮਿਹਨਤ ਕਰ ਰਿਹਾ, ਉਹ ਕਰਵਾ ਰਿਹਾ ਮਿਹਨਤ ਤਾਂ ਤੂੰ ਕਰ ਰਿਹਾ, ਤੂੰ ਸਿਰਫ ਜੋਦੜੀ ਕਰ ਰਿਹਾ, ਉਹਨੇ ਤੈਨੂੰ ਸਮਝ ਬਖਸ਼ੀ ਆ ਤਾਂ ਤੂੰ ਸਮਝ ਰਿਹਾ। ਫਿਰ ਇਹ ਗੁਰੂ ਪਿਤਾ ਨੇ ਤੈਨੂੰ ਇੱਦਾਂ ਤਾਂ ਕਿਹਾ ਭਾਣੇ ਵਿੱਚ ਵੀ ਕਿਉਂਕਿ ਜੇ ਤੂੰ ਆਤਮ ਸਮਰਪਣ ਨਹੀਂ ਕੀਤਾ, ਤੇਥੋਂ ਨਾ ਹੋਇਆ, ਤੂੰ ਇੰਨੀ ਮਿਹਨਤ ਕਰਕੇ ਹੀ ਤੇਰੀ ਸਾਰੀ ਮਿਹਨਤ ਵਿਅਰਥ ਚਲੀ ਜਾਵੇਗੀ। ਜੇ ਕਿਤੇ ਤੂੰ ਫਿਰ ਇਹੀ ਸਮਝ ਬੈਠਾ ਕਿ ਹਾਂ ਮੈਂ ਧਿਆਇਆ, ਮੈਂ ਕੋਸ਼ਿਸ਼ ਕੀਤੀ ਆ, ਜੇ ਗੁਰੂ ਪਿਤਾ ਕੋਲੋਂ ਆਪਣਾ ਆਪ ਵਾਰ ਕੇ ਬਸ ਉਸ ਅੱਗੇ ਢਹਿ ਕੇ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਢਹਿ ਕੇ, ਉਸ ਅੱਗੇ ਜੋਦੜੀ ਕਰਕੇ ਉਹ ਆਪਣਾ ਨਾਮ ਜਪਾਈ ਜਾਵੇ ਅਤੇ ਬਸ ਫਿਰ ਇੱਦਾਂ ਕਰਕੇ ਉਹ ਕਹਿ ਰਹੇ ਨੇ ਵੀ ਉਹਨਾਂ ਨੂੰ ਉਹ ਆਪਣੇ ਭਾਣੇ ਵਿੱਚੋਂ ਕੱਢ ਲਵੇਗਾ। ਅਤੇ ਜੇ ਤੂੰ ਫਿਰ ਮਿਹਨਤ ਕਰਕੇ ਕਿਹਾ ਵੀ ਹਾਂ ਮੈਂ ਕੀਤਾ, ਫਿਰ ਤੇਰਾ ਫਿਰ ਤੂੰ ਮਾਇਆ ਵਿੱਚ ਹੀ ਰਹਿ ਜਾਵੇਂਗਾ, ਫਿਰ ਉਹ ਪਰਮ ਪਿਤਾ ਨੂੰ ਤੂੰ ਨਹੀਂ ਮਿਲ ਸਕੇਗਾ। ਅੱਗੇ ਵਾਹਿਗੁਰੂ ਜੀ ਕਹਿੰਦੇ ਹਨ, ਏਵ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਤੇ ਅਰਥ ਵੀ ਉਹ ਇਹ ਕਿਹਾ ਵੀ ਨਹੀਂ ਜਾ ਸਕਦਾ, ਇਹ ਮਾਲੂਮ ਨਹੀਂ ਹੋ ਸਕਦਾ ਵੀ ਪਰਮਾਤਮਾ ਜੀ ਨੇ ਕਿਸ ਨੂੰ ਪਾਰ ਲੰਘਾਉਣਾ ਹੈ, ਕਿਉਂਕਿ ਕਰਤਾ ਤਾਂ ਇੱਕ ਹੀ ਹੈ ਅਤੇ ਇਸ ਲਈ ਉਹੀ ਕਰ ਰਿਹਾ। ਉਸ ਦੀ ਕੀਤੀ ਨੂੰ ਕੋਈ ਵੀ ਆਖ ਨਹੀਂ ਸਕਦਾ। ਜੇ ਕੋਈ ਜਾਣਨਾ ਚਾਹਵੇ ਤਾਂ ਉਹ ਜਾਣ ਵੀ ਨਹੀਂ ਸਕਦਾ। ਫਿਰ ਗੁਰੂ ਪਿਤਾ ਅੱਗੇ ਕਹਿੰਦੇ ਨੇ ਵੀ ਨਾਨਕ ਗੁਰਮੁਖ ਜਾਣੀਏ, ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਵੀ ਗੁਰਮੁਖ, ਗੁਰੂ ਜਿਸ ਦਾ ਇਸ ਵਿੱਚ ਇੱਕ ਦੋ ਅਰਥ ਸਮਝ ਆਏ, ਜਿਵੇਂ ਕਿ ਗੁਰੂ ਪਿਤਾ 'ਚ ਕਹਿ ਰਹੇ ਨੇ ਵੀ ਗੁਰਮੁਖ ਜਿਹਦਾ ਕਿ ਗੁਰੂ ਵੱਲ ਮੁੱਖ ਆ, ਵੀ ਉਹ ਉੱਦਾਂ ਤੁਰ ਰਿਹਾ, ਗੁਰੂ ਵੱਲ ਮੁੱਖ ਕਰਕੇ ਤੁਰ ਰਿਹਾ, ਉਹ ਮਨੁੱਖ ਜਿਸ ਦਾ ਜੀਵਨ ਰਹਿਣ ਸਹਿਣ ਸਭ ਕਾਰਜ ਜੋ ਵੀ ਕਰਦਾ ਉਹ ਗੁਰੂ ਵੱਲ, ਗੁਰੂ ਜੀ ਦੇ ਅਨੁਸਾਰ, ਜੋ ਗੁਰੂ ਨੂੰ ਭਾਉਂਦਾ ਉਸ ਤਰ੍ਹਾਂ ਕਰ ਰਿਹਾ। ਇਹ ਗੁਰੂ ਪਾਤਸ਼ਾਹ ਜੀ ਪ੍ਰਗਾਸ ਭਾਵ ਚਾਨਣ ਜਾਂ ਗਿਆਨ, ਇਹਦਾ ਅਰਥ ਵੀ ਉਹਨਾਂ ਨੂੰ ਸਮਝ ਪੈ ਜਾਂਦੀ ਹੈ, ਉਹ ਜਾਣ ਲੈਂਦੇ ਹਨ। ਨਾਨਕ ਗੁਰਮੁਖ ਜਾਣੀਏ, ਜਿਨ੍ਹਾਂ ਦਾ ਕਿ ਗੁਰੂ ਵੱਲ ਮੁੱਖ ਆ ਉਹ ਜਾਣ ਲੈਂਦੇ ਹਨ। ਪਰ ਅੱਗੇ ਵੀ ਕਹਿ ਰਹੇ ਨੇ ਜਾ ਕੋ ਆਪ ਕਰੇ ਪ੍ਰਗਾਸ, ਇੱਥੇ ਵੀ ਕਹਿ ਰਹੇ ਨੇ ਆਪ ਕਰੇ, ਇੱਥੇ ਵੀ ਐਮਫਸਾਈਜ਼ ਕਰਕੇ ਵੀ ਆਪ ਕਰੇ ਪ੍ਰਗਾਸ, ਵੀ ਜਿਨ੍ਹਾਂ ਨੂੰ ਆਪ ਉਹ ਪਰਮਾਤਮਾ ਜੀ ਆਪ ਜਿਨ੍ਹਾਂ ਨੂੰ ਚਾਨਣ ਭਾਵ ਆਪ ਜਿਨ੍ਹਾਂ ਨੂੰ ਗਿਆਨ ਬਖਸ਼ਦੇ ਨੇ ਉਹਨਾਂ ਨੂੰ ਹੀ ਪਤਾ ਲੱਗ ਸਕਦਾ, ਹੋਰ ਕੁਝ ਵੀ ਨਹੀਂ। ਕਿ ਜੇ ਸਾਰਾ ਕੁਝ ਵੀ ਬਸ ਪਰਮਾਤਮਾ ਜੀ ਆਪ ਹੀ ਕਰ ਰਹੇ ਨੇ, ਉਹ ਗੁਰੂ ਦੀ ਰਾਹੀਂ ਹੀ ਸਮਝ ਆਉਂਦੀ ਹੈ। ਹੇ ਸੱਚੇ ਪਾਤਸ਼ਾਹ, ਬਸ ਕਿਤੇ ਇਹੀ ਪੂਰੇ ਅੰਦਰ ਕਿਤੇ ਬੈਠਦਾ ਜਾਵੇ ਵੀ ਸਾਰਾ ਕੁਛ ਉਹ ਆਪ ਹੀ ਹੈ। ਇਹ ਪੂਰੇ ਸ਼ਬਦ 'ਚੋਂ
ਇਹੀ ਬਸ ਸਮਝ ਲੱਗਦੀ ਹੈ ਗੁਰੂ ਪਿਤਾ ਜਿਹੜਾ ਕੁਛ ਤੁਸੀਂ ਕਰ ਰਹੇ ਹੋ, ਜੋ ਕੁਛ ਵੀ ਹੋ ਰਿਹਾ, ਚਾਹੇ ਕਿ ਉਹ ਮੈਨੂੰ ਲੱਗਦਾ ਵੀ ਚੰਗਾ ਨਹੀਂ ਆ, ਆਹ ਗਲਤ ਆ, ਕੁਝ ਵੀ ਆ, ਸਾਰਾ ਕੁਛ ਜਿੰਨਾ ਕੁਛ ਦਿਖ ਰਿਹਾ, ਮਹਿਸੂਸ ਹੋ ਰਿਹਾ, ਜੋ ਕੁਛ ਵੀ ਵਰਤ ਰਿਹਾ ਵਾਹਿਗੁਰੂ ਜੀ, ਉਹ ਬਸ ਤੁਸੀਂ ਆਪ ਹੀ ਆਪ ਹੋ, ਕਿਤੇ ਉਹ ਗਹਿਰੇ ਵਿੱਚ ਬਸ ਸਮਾ ਜਾਵੇ ਨਾ ਵਾਹਿਗੁਰੂ ਜੀ, ਫਿਰ ਸਾਰਾ ਕੁਛ ਹੀ ਬਹੁਤ ਵਧੀਆ ਲੱਗੇਗਾ। ਵਾਹਿਗੁਰੂ ਸਾਧ ਸੰਗਤ ਜੀ, ਖੋਜ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਇੱਕ ਨਹੀਂ ਬਾਹਲੀਆਂ ਹੀ ਬਹੁਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਸਾਧ ਸੰਗਤ ਜੀ ਆਪ ਜੀ ਬਖਸ਼ ਲੈਣਾ, ਗੁਰੂ ਪਿਤਾ ਆਪ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।